ਸਤਿ ਸ਼੍ਰੀ ਅਕਾਲ ਜੀ। ਦ ਪੰਜਾਬ ਟਾਕਸ ਚੈਨਲ ਰਾਹੀਂ ਅੱਜ ਦੀ ਇਹ ਜੋ ਵਿਸ਼ੇਸ਼ ਰਿਪੋਰਟ ਤੁਸੀਂ ਵੇਖਣ ਲੱਗੇ ਹੋ, ਇੱਕ ਅਜਿਹੇ ਵਿਸ਼ੇ ਬਾਰੇ ਹੈ ਜਿਹੜਾ ਵਿਸ਼ਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਪੰਜਾਬੀ ਦੇ ਦਿਲ ਨੂੰ ਛੂੰਹਦਾ ਹੈ। ਕਿਸਾਨੀ ਦਾ ਮੁੱਦਾ। ਅਤੇ ਜਦੋਂ ਕਿਸਾਨੀ ਦੇ ਮੁੱਦੇ ਦੀ ਗੱਲ ਹੁੰਦੀ ਹੈ ਤਾਂ ਦਿੱਲੀ ਵਿਖੇ ਲੱਗੇ ਕਿਸਾਨੀ ਮੋਰਚੇ ਦੀ, ਕਿਸਾਨੀ ਸੰਘਰਸ਼ ਦੀ, ਉਸ ਇਤਿਹਾਸਕ ਸੰਘਰਸ਼ ਦੀ ਗੱਲ ਕਰਨ ਲੱਗੇ ਹਾਂ। 3 ਖੇਤੀ ਕਾਨੂੰਨ ਜਿਨ੍ਹਾਂ ਦੇ ਖਿਲਾਫ 2020 ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ 2021 ਵਿੱਚ ਜਾ ਕੇ ਉਹ ਜਦੋਂ 3 ਖੇਤੀ ਕਾਨੂੰਨ ਵਾਪਸ ਹੁੰਦੇ ਨੇ, ਉਹਨਾਂ ਦੇ ਵਾਪਸ ਹੋਣ ਦਾ ਐਲਾਨ ਹੁੰਦਾ ਹੈ, ਤਾਂ ਉਸ ਮੌਕੇ ਤੇ ਉਸ ਤੋਂ ਬਾਅਦ ਹੁਣ ਤੱਕ ਕੀ ਕੁਝ ਹੋਇਆ, ਕਿਸਾਨੀ ਨੂੰ ਆਪਾਂ ਹਰ ਪਹਿਲੂ ਤੋਂ ਵੇਖਣ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਿਸਾਨ ਜਥੇਬੰਦੀਆਂ ਨੂੰ ਹਰ ਪਹਿਲੂ ਤੋਂ ਵੇਖਣ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਇਸੇ ਪ੍ਰੋਗਰਾਮ ਦੇ ਜ਼ਰੀਏ। ਸੋ ਬਹੁਤ ਜ਼ਰੂਰੀ ਇੱਕ ਅਤੇ ਬਹੁਤ ਅਹਿਮ ਵਿਸ਼ਾ ਹੈ ਜਿਸ ਦੀ ਜਾਣਕਾਰੀ ਤੁਹਾਡੇ ਲਈ ਕਾਫੀ ਲਾਹੇਵੰਦੀ ਸਾਬਤ ਹੋਊਗੀ। ਸੋ ਜ਼ਰੂਰ ਇਸ ਪ੍ਰੋਗਰਾਮ ਨੂੰ ਮੁਕੰਮਲ ਰੂਪ ਵਿੱਚ ਤੁਸੀਂ ਸੁਣਿਓ, ਕਿਉਂਕਿ ਇਹ ਵਿਸ਼ਾ ਸਾਡੇ ਸਾਰਿਆਂ ਲਈ ਬੜੀ ਅਹਿਮੀਅਤ ਰੱਖਦਾ ਹੈ। ਤੁਸੀਂ ਵੇਖਿਆ ਵੀ ਹੋਣਾ ਕਿ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਜਾਂ ਜਿੱਤ ਦੇ ਨਾਂ ਉੱਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਸਮਾਗਮ ਵੀ ਹੋਏ, ਬਹੁਤ ਵੱਡੇ ਪੱਧਰ ਉੱਤੇ ਸਮਾਗਮ ਹੋਏ। ਦੇਸ਼ਾਂ ਵਿਦੇਸ਼ਾਂ ਵਿੱਚ ਇੱਕੋ ਦਮ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਸੀ ਤੇ ਕਿਸਾਨੀ ਅੰਦੋਲਨ ਦੀ ਜਿੱਤ ਦੀ ਗੱਲ ਹੋਈ ਸੀ ਕਿ ਕਿਸਾਨ ਅੰਦੋਲਨ ਜਿਹੜਾ ਜਿੱਤਿਆ ਗਿਆ। ਕਿਸਾਨੀ ਦਾ ਜੋ ਮੋਰਚਾ ਲੱਗਾ ਸੀ ਦਿੱਲੀ ਵਿਖੇ, ਹਰ ਤਰ੍ਹਾਂ ਦਾ ਮੌਸਮ ਉਹਨਾਂ ਨੇ ਝੱਲਿਆ, ਸੜਕਾਂ ਤੇ ਬੈਠਿਆਂ, ਠੰਡ ਵੀ ਝੱਲੀ, ਗਰਮੀ, ਮੱਛਰ, ਬਰਸਾਤਾਂ, ਹਰ ਕਿਸਮ ਦੀ ਔਕੜ ਰੁਕਾਵਟ ਉਹਨਾਂ ਨੇ ਪਾਰ ਕਰਦਿਆਂ ਦਿੱਲੀ ਵਿਖੇ ਬੜਾ ਸਬਰ ਵਿਖਾਇਆ ਅਤੇ ਬਿਨਾਂ ਕਿਸੇ ਹਿੰਸਕ ਕਾਰਵਾਈ ਦੇ, ਬਿਨਾਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜੋ ਸ਼ਾਂਤਮਈ ਅੰਦੋਲਨ ਕਿਸਾਨਾਂ ਨੇ ਦਿੱਲੀ ਵਿਖੇ ਲੜਿਆ, ਜਿਹਦੀ ਗੂੰਜ, ਜਿਹਦੀ ਚਰਚਾ ਸਾਰੀ ਦੁਨੀਆ ਤੱਕ ਹੋਈ ਸੀ, ਉਸ ਅੰਦੋਲਨ ਦਾ ਮੁਕੰਮਲ ਹੋਣ ਦਾ ਦਿਨ ਇਹੀ ਸੀ 19 ਨਵੰਬਰ। ਹਾਲਾਂਕਿ ਕਿਸਾਨ ਦਿੱਲੀ ਦੀਆਂ ਹੱਦਾਂ ਉੱਤੇ ਥੋੜ੍ਹਾ ਉਸ ਤੋਂ ਬਾਅਦ ਵੀ ਨਜ਼ਰ ਆਏ ਤੇ ਹੌਲੀ ਹੌਲੀ ਕਰਕੇ ਵਾਪਸ ਪਰਤੇ ਸੀ। ਤਕਰੀਬਨ 1 ਮਹੀਨਾ ਲੱਗ ਗਿਆ ਸੀ। ਇਸ ਦਿਨ ਖੇਤੀ ਕਾਨੂੰਨ ਵਾਪਸ ਹੋਣ ਦਾ ਜਿਹੜਾ ਐਲਾਨ ਹੋਇਆ ਸੀ। ਅੰਦੋਲਨ ਮੁੱਖ ਤੌਰ 'ਤੇ 3 ਖੇਤੀ ਕਾਨੂੰਨਾਂ ਦੇ ਖਿਲਾਫ ਲੱਗਾ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਦਾ, ਕਿਸਾਨ ਆਗੂਆਂ ਦਾ ਇਹ ਕਹਿਣਾ ਸੀ ਕਿ 3 ਖੇਤੀ ਕਾਨੂੰਨ ਜਿਹੜੇ ਆ, ਵਿਵਾਦਿਤ 3 ਖੇਤੀ ਕਾਨੂੰਨ, ਉਹ ਖੇਤੀ ਵਿੱਚ ਪ੍ਰਾਈਵੇਟ ਖਿਡਾਰੀਆਂ ਦੀ ਆਮਦ ਦਾ ਰਾਹ ਪੱਧਰਾ ਕਰ ਰਹੇ ਸੀ ਤੇ ਕਿਸਾਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੋ ਸਰਕਾਰੀ ਖਰੀਦ ਪ੍ਰਬੰਧ ਆ ਉਹ ਸਮੇਂ ਦੇ ਨਾਲ ਨਾਲ ਹੌਲੀ ਹੌਲੀ ਘਟਦੇ ਜਾਣਗੇ ਤੇ ਇੱਕ ਦਿਨ ਅਜਿਹਾ ਹੋਣਾ ਕਿ ਪ੍ਰਾਈਵੇਟ ਖਿਡਾਰੀ ਹੀ ਰਹਿ ਜਾਣਗੇ ਤੇ ਉਹੀ ਫਿਰ ਆਪਣੇ ਮਨ ਮੁਤਾਬਕ ਫਸਲਾਂ ਦਾ ਭਾਅ ਲਿਆ ਕਰਨਗੇ ਜਾਂ ਦਿਆ ਕਰਨਗੇ ਤੇ ਉਹਨਾਂ ਦੀ ਪੂਰੀ ਮਰਜ਼ੀ ਚੱਲੂਗੀ। ਇਹ ਕਿਸਾਨਾਂ ਦਾ ਸ਼ੰਕਾ ਸੀ। ਨਾਲ ਦੀ ਨਾਲ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਆ, ਉਹਨਾਂ ਵੱਲੋਂ ਖੇਤੀ ਉੱਤੇ ਅਸਿੱਧੇ ਢੰਗ ਨਾਲ, ਜ਼ਮੀਨਾਂ ਉੱਤੇ ਅਸਿੱਧੇ ਢੰਗ ਨਾਲ ਕਬਜ਼ੇ ਦਾ ਵੀ ਇੱਕ ਕਿਸਾਨਾਂ ਨੂੰ ਬਹੁਤ ਵੱਡਾ ਤੌਖਲਾ ਸੀ। ਇਹ ਵੀ ਖੇਤੀ ਕਾਨੂੰਨਾਂ ਦੇ ਇੱਕ ਵਿਰੋਧ ਦਾ ਕਾਰਨ ਬਣਿਆ ਸੀ। ਸੋ ਪ੍ਰਮੁੱਖ ਤੌਰ 'ਤੇ ਖੇਤੀ ਦਾ ਜਿਹੜਾ ਢਾਂਚਾ ਪਹਿਲਾਂ ਤੋਂ ਚੱਲ ਰਿਹਾ ਸੀ, ਹਾਲਾਂਕਿ ਵੀ ਫੁੱਲ ਪ੍ਰੂਫ ਨਹੀਂ ਸੀ, ਉਹਦੇ ਵਿੱਚ ਵੀ ਕਾਫੀ ਕਮੀਆਂ ਤੇ ਖਾਮੀਆਂ ਮੌਜੂਦ ਸਨ। ਇਹ ਵੀ ਕਿਸਾਨ ਕਹਿੰਦੇ ਸੀ, ਮੰਨਦੇ ਸੀ, ਪਰ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਨਵੇਂ 3 ਖੇਤੀ ਕਾਨੂੰਨ ਆ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡੇ ਪੱਧਰ ਉੱਤੇ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਤੇ ਕਿਸਾਨੀ ਦਾ ਜਿਹੜਾ ਸਿਸਟਮ ਆ ਉਹਨੂੰ ਢਾਹ ਲਾਉਣਗੇ। ਇਸੇ ਲਈ ਕਿਸਾਨੀ ਸੰਘਰਸ਼ ਸ਼ੁਰੂ ਹੋਇਆ। ਪ੍ਰਮੁੱਖ ਤੌਰ 'ਤੇ ਪੰਜਾਬ ਤੇ ਹਰਿਆਣੇ ਪਿੰਡਾਂ ਵਿੱਚੋਂ, ਸਭ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚੋਂ ਇਹ ਅੰਦੋਲਨ ਚੱਲਣਾ ਸ਼ੁਰੂ ਹੋਇਆ, ਜਿੱਥੇ ਕਿਸਾਨ ਆਗੂਆਂ ਨੇ ਲੋਕਾਂ ਨੂੰ ਲਾਮਬੰਦ ਕੀਤਾ ਸੀ। ਤੇ ਸਤੰਬਰ 2020 ਇੱਕ ਪ੍ਰਮੁੱਖ ਦਿਨ ਸੀ। ਹਾਲਾਂਕਿ ਇਹ ਕਾਨੂੰਨ ਜਦੋਂ ਆਏ ਸੀ, ਗਰਮੀਆਂ 'ਚ ਆਏ ਸੀ, ਜੂਨ ਜੁਲਾਈ ਦੇ ਦੌਰਾਨ ਇਹਨਾਂ ਦੀ ਚਰਚਾ ਹੋ ਗਈ ਸੀ ਤੇ ਜੁਲਾਈ 2020 ਤੋਂ ਪੰਜਾਬ ਅੰਦਰ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸੀ। ਉਦੋਂ ਹੀ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ ਤੇ ਸਤੰਬਰ ਮਹੀਨੇ ਸ਼ੰਭੂ ਬੈਰੀਅਰ ਉੱਤੇ ਬਹੁਤ ਵੱਡਾ ਇਕੱਠ ਹੋਇਆ ਸੀ। ਦੀਪ ਸਿੱਧੂ, ਸਵਰਗੀ ਦੀਪ ਸਿੱਧੂ ਪ੍ਰਮੁੱਖ ਤੌਰ 'ਤੇ ਮੋਹਰੇ ਨਜ਼ਰ ਆਏ ਸੀ। ਨੌਜਵਾਨੀ ਦਾ ਵੱਡਾ ਇਕੱਠ ਸੀ। ਉਸ ਦਿਨ ਪਤਾ ਲੱਗ ਗਿਆ ਸੀ ਕਿ ਹੁਣ ਕਿਸਾਨੀ ਅੰਦੋਲਨ ਇੱਕ ਵੱਡਾ ਰੂਪ ਧਾਰਨ ਕਰੂਗਾ। ਉਹੀ ਫਿਰ ਜੋਸ਼, ਉਤਸ਼ਾਹ ਦਿੱਲੀ ਤੱਕ ਗਿਆ। ਬੈਰੀਕੇਡ, ਪਾਣੀ ਦੀਆਂ ਬੁਛਾੜਾਂ, ਸਭ ਕੁਝ ਸਹਿੰਦਾ ਹੋਇਆ ਦਿੱਲੀ ਪਹੁੰਚਾ ਤੇ ਉੱਥੇ ਜਾ ਕੇ ਫਿਰ ਇਸ ਅੰਦੋਲਨ ਨੇ ਇੱਕ ਨਵਾਂ ਰਿਕਾਰਡ ਬਣਾਇਆ। ਜਿਹੜੇ ਕਾਨੂੰਨ ਬਾਰੇ ਕਿਹਾ ਜਾਂਦਾ ਸੀ ਕਿ ਕਾਨੂੰਨ 'ਚ ਕੋਈ ਖਾਮੀ ਨਹੀਂ, ਕਾਨੂੰਨ ਕਦੀ ਵਾਪਸ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸੋਧਾਂ ਕਰਵਾਉਣ ਦੀ ਗੱਲ ਤੁਰਨ ਲੱਗੀ ਹੌਲੀ ਹੌਲੀ ਤੇ ਅੰਤ ਨੂੰ ਫਿਰ 19 ਨਵੰਬਰ 2021 ਨੂੰ
ਕਾਨੂੰਨ ਵਾਪਸ ਹੋਏ। ਕਿਸਾਨਾਂ ਦੀ ਜੇਕਰ ਗੱਲ ਕਰੀਏ, ਜਿਨ੍ਹਾਂ ਕਿਸਾਨਾਂ ਨੇ ਸੰਘਰਸ਼ ਲੜਿਆ, ਉਹਨਾਂ ਲਈ ਵਾਕਈ ਬਹੁਤ ਵੱਡੀ ਪ੍ਰਾਪਤੀ ਸੀ ਕਿ ਇੱਕ ਬਹੁਤ ਤਾਕਤਵਰ ਵੱਡੇ ਬਹੁਮਤ ਵਾਲੀ ਸਰਕਾਰ ਨੇ ਉਹਨਾਂ ਦੀ ਗੱਲ ਮੰਨੀ ਜਾਂ ਮੰਨਣੀ ਪਈ। ਇਸ ਦਰਮਿਆਨ ਬਹੁਤ ਸਾਰੇ ਕਿਸਾਨ ਸ਼ਹੀਦ ਹੋਏ ਜੋ ਅੰਦੋਲਨ ਲਈ ਘਰੋਂ ਤੁਰੇ ਸੀ ਪਰ ਵਾਪਸ ਮੁੜ ਕੇ ਨਹੀਂ ਆਏ। ਉਹਨਾਂ ਦਾ ਵੀ ਜ਼ਿਕਰ ਨਾਲ ਹੋਣਾ ਬਣਦਾ ਹੈ। ਜਦੋਂ ਗੱਲ ਕਿਸਾਨੀ ਅੰਦੋਲਨ ਦੀ ਜਿੱਤ ਦੀ ਹੁੰਦੀ ਹੈ, ਜਸ਼ਨ ਦੀ ਹੁੰਦੀ ਹੈ, ਤਾਂ ਇਹ ਚੀਜ਼ ਵੀ ਚੇਤੇ ਰੱਖੀ ਜਾਵੇ ਕਿ 750 ਤੋਂ ਵਧੇਰੇ ਕਿਸਾਨ ਇਸ ਪੂਰੇ ਅਰਸੇ ਦੌਰਾਨ ਵਾਪਸ ਨਹੀਂ ਆਏ, ਘਰ ਨਹੀਂ ਪਰਤੇ। ਇਸ ਅੰਦੋਲਨ ਦੇ ਲੇਖੇ ਆਪਣੀ ਜਾਨ ਲਾ ਗਏ ਤੇ ਕਿਸਾਨੀ ਅੰਦੋਲਨ ਦੇ ਇਸੇ ਕਰਕੇ ਇਹ ਬਹੁਤ ਜ਼ਰੂਰੀ ਪਹਿਲੂ ਨੇ। ਉਹ ਸਾਰੇ ਕਿਸਾਨ ਜੋ ਇਹਨਾਂ ਦਿਨਾਂ ਦੌਰਾਨ, ਕਿਸਾਨੀ ਅੰਦੋਲਨ ਦੇ ਦਿਨਾਂ ਦੌਰਾਨ ਆਪਣੀ ਜਾਨ ਵਾਰ ਗਏ। ਕਿਸਾਨੀ ਅੰਦੋਲਨ ਦੀ ਜਦੋਂ ਗੱਲ ਹੁੰਦੀ ਹੈ ਤਾਂ ਵਾਰ-ਵਾਰ ਗੱਲ ਜਿਹੜੀ ਉਹ 3 ਖੇਤੀ ਕਾਨੂੰਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਕਿ 3 ਖੇਤੀ ਕਾਨੂੰਨਾਂ ਦੇ ਖਿਲਾਫ ਇਹ ਮੋਰਚਾ ਲੱਗਿਆ ਸੀ, 3 ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਹੋਇਆ ਸੀ ਤੇ ਹੈ ਵੀ ਇੱਦਾਂ ਹੀ। ਪਰ ਕੀ ਗੱਲ ਸਿਰਫ 3 ਖੇਤੀ ਕਾਨੂੰਨਾਂ ਤੱਕ ਹੀ ਸੀਮਤ ਸੀ? ਇਹ ਵੀ ਸਾਨੂੰ ਸਮਝਣਾ ਪੈਣਾ, ਕਿਉਂਕਿ ਜਦੋਂ ਗੱਲ ਕਿਸਾਨੀ ਅੰਦੋਲਨ ਦੀ ਹੁੰਦੀ ਹੈ, ਜਿੱਤ ਦੀ ਹੁੰਦੀ ਹੈ, ਤਾਂ ਆਪਾਂ ਕਹਿੰਦੇ ਕਿ ਬਹੁਤ ਵੱਡੀ ਜਿੱਤ ਹੋਈ। ਪਰ ਇੱਕ ਵੱਡਾ ਸਵਾਲ ਜਿਹੜਾ ਅਸੀਂ ਇਸ ਮੰਚ ਤੇ ਪਹਿਲਾਂ ਵੀ ਕਈ ਵਾਰ ਜਦੋਂ ਕਿਸਾਨੀ ਸੰਘਰਸ਼ ਦੀ, ਕਿਸਾਨੀ ਦੀ ਗੱਲ ਹੁੰਦੀ ਤਾਂ ਉਹਦਾ ਜ਼ਿਕਰ ਕੀਤਾ ਹੈ ਕਿ ਕਿਸਾਨ ਦੇ ਪੱਲੇ ਨਵਾਂ ਕੀ ਪਿਆ। जो ये बजट पेश किया गया है उन्हें बहुत बड़े मतलब दावे किए जा रहे हैं, बड़िया बड़िया गल्लां कीतियां जा रही हैं। इत्थों तक कहा जा रहा है कि देश के बड़े बड़े जिहड़े बुद्धिजीवी है वो इस बजट की बहुत सराहना कर रहे हैं, बहुत प्रशंसा कर रहे हैं। हुण इस बजट की जेकर सराहना ते प्रशंसा की गल करिए तो मैनूं लगता है पता नहीं कौन बुद्धिजीवी होणगे जिहड़े इहदी प्रशंसा कर रहे होणगे। बीजेपी सरकार का जिहड़ा 2014 तो लैके अज तक का जिहड़ा कार्यकाल है 10 साल पूरे होने जा रहे हैं इन्हां दे, और 10 साल के जिहड़े लोकां दे विच कमिटमेंट लोकां नाल कीती कि लोकां दी आमदन 2022 तक दुगणी कर देंगे। 2014 के वायदा किया कि डॉक्टर स्वामीनाथन की रिपोर्ट लागू कर देंगे या होर बड़ियां गल्लां। इत्थों तक भी एक बार तक कहा गया कि किसानों को कर्ज मुक्त कर देंगे। पहली मीटिंग के विच किसानों की कर्ज मुक्ति कर दी जाएगी और देश का किसान जिहड़ा देश है साडा हिंदुस्तान खेती प्रधान देश है, जिथे लगभग 50 तो 55% लोग खेती नाल जुड़े हुए होण और उन्हां लोकां दा जिक्र तक ना मतलब इस बजट दे विच आवे। सगों जिक्र आया तो बड़ा हासोहीना दर्दनाक आया, क्योंकि पिछले समय ਜਿਹੜਾ ਸਾਡੇ ਐਗਰੀਕਲਚਰ ਦੇ ਉੱਤੇ ਜਾਂ ਐਗਰੀਕਲਚਰ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਉੱਤੇ ਜਿਹੜਾ ਖਰਚਾ ਕਰਨਾ ਸੀ ਸਰਕਾਰ ਨੇ ਪਿਛਲੇ ਬਜਟ ਦੇ ਵਿੱਚ, ਉਹ 1,51,500 ਕਰੋੜ ਰੁਪਇਆ ਖਰਚਾ ਕਰਨ ਦੀ ਗੱਲ ਕੀਤੀ ਗਈ ਸੀ ਪਿਛਲੇ ਬਜਟ ਦੇ ਵਿੱਚ 22-23 ਦੇ ਬਜਟ 'ਚ। ਤੇ ਜਿਹੜਾ ਹੁਣ 23 ਤੇ 24 ਦਾ ਬਜਟ ਆਇਆ ਉਹਦੇ ਵਿੱਚ ਸਗੋਂ ਘਟਾ ਕੇ 1,44,000 ਤੇ ਕੁਛ ਰੁਪਏ ਉਹਦੇ ਵਿੱਚ 1,44,200 ਕਰੋੜ ਆ ਸ਼ਾਇਦ। ਇਹ ਇਹਨਾਂ ਨੇ ਮਤਲਬ ਸਾਨੂੰ ਬਜਟ ਦੇ ਵਿੱਚ ਤੋਹਫਾ ਦਿੱਤਾ, ਭਾਵ ਲਗਭਗ 6-7 ਹਜ਼ਾਰ ਕਰੋੜ ਰੁਪਈਆ ਘਟਾ ਕੇ ਬਜਟ ਪੇਸ਼ ਕੀਤਾ ਗਿਆ। ਔਰ ਜਿਹੜਾ ਇਹ ਬਜਟ ਘਟਾ ਕੇ ਪੇਸ਼ ਕੀਤਾ ਗਿਆ ਇਹਨੂੰ ਬੀਜੇਪੀ ਪਤਾ ਨਹੀਂ ਕਿਸ ਤਰੀਕੇ ਨਾਲ ਕਹਿ ਰਹੀ ਹੈ ਕਿ ਅਸੀਂ ਬਹੁਤ ਲੋਕਾਂ ਨੂੰ ਦੇ ਰਹੇ ਹਾਂ, ਬਹੁਤ ਕੁਝ ਕਰ ਦਿੱਤਾ, ਬੜੇ ਲੋਕ ਖੁਸ਼ ਨੇ। ਲੋਕ ਵੇਟ ਕਰਦੇ ਸੀ, ਲੋਕ ਇੰਤਜ਼ਾਰ ਕਰਦੇ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਨੂੰ ਇਗਨੋਰ ਕੀਤਾ ਗਿਆ, ਕਿਸਾਨਾਂ ਨਾਲ ਧੱਕਾ ਹੋਇਆ। ਸਰਕਾਰ ਨੇ ਅੱਜ ਤੱਕ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ, ਸਰਕਾਰ ਨੇ ਕਿਸਾਨਾਂ ਦਾ ਕਰਜ਼ ਮਾਫ ਨਹੀਂ ਕੀਤਾ। ਸ਼ਾਇਦ ਇਸ ਬਜਟ ਦੇ ਵਿੱਚ ਸਰਕਾਰ ਕਿਸਾਨਾਂ ਦਾ ਕਰਜ਼ ਮਾਫ ਕਰੇਗੀ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਦੇ ਬਾਰੇ ਕੁਝ ਗੱਲ ਕਰੇਗੀ, ਜਾਂ ਸਰਕਾਰ ਸਾਡੀ MSP ਲਈ, MSP ਦੇ ਉੱਤੇ ਫਸਲਾਂ ਖਰੀਦਣ ਦੇ ਲਈ ਇੱਕ ਬਜਟ ਰਾਖਵਾਂ ਰੱਖੇਗੀ ਕਿ ਇੰਨੇ ਰੁਪਈਆਂ ਦੇ ਨਾਲ ਅਸੀਂ ਕਿਸਾਨਾਂ ਦੀ ਫਸਲ ਖਰੀਦਾਂਗੇ। ਲੇਕਿਨ ਇਹਦੇ ਉਲਟ ਕੀਤਾ ਕੀ ਗਿਆ, ਸਾਡਾ ਪੁਰਾਣੇ ਬਜਟ ਨਾਲੋਂ, ਪਿਛਲੇ ਸਾਲ ਦੇ ਬਜਟ ਨਾਲੋਂ ਸਾਡੀ ਜਿਹੜੀ ਰਾਸ਼ੀ ਸੀ ਉਹ ਘਟਾ ਦਿੱਤੀ ਗਈ। ਤਾਂ ਇਸ ਕਰਕੇ ਸਿੱਧ ਹੁੰਦਾ ਹੈ ਕਿ ਕਿਸਾਨ, ਇਹ ਬਜਟ ਪੂਰੀ ਤਰ੍ਹਾਂ ਕਿਸਾਨ ਮਜ਼ਦੂਰ ਵਿਰੋਧੀ ਹੈ। ਮਜ਼ਦੂਰ ਵਿਰੋਧੀ ਮੈਂ ਇਸ ਕਰਕੇ ਕਹਿ ਰਿਹਾ
ਕਿ ਦੇਖੋ ਨਰੇਗਾ ਦੇ ਵਿੱਚੋਂ ਬਜਟ ਘਟਾ ਲਿਆ ਗਿਆ, ਜਿੱਥੋਂ ਉਹਨਾਂ ਨੂੰ ਰੁਜ਼ਗਾਰ ਮਿਲਦਾ ਸੀ, ਜਿੱਥੋਂ ਉਹਨਾਂ ਨੂੰ ਰੋਟੀ ਮਿਲਦੀ ਸੀ। ਤੇ ਇਹ ਕਹਿੰਦਾ ਵੀ 1 ਸਾਲ ਲੋਕਾਂ ਨੂੰ ਅਸੀਂ ਫ੍ਰੀ ਆਟਾ ਦੇਵਾਂਗੇ। ਇਹਦਾ ਮਤਲਬ ਉਹਨਾਂ ਨੂੰ ਤੁਸੀਂ ਰੁਜ਼ਗਾਰ ਤਾਂ ਉਹਨਾਂ ਦਾ ਘਟਾਤਾ, ਉਹਦੇ ਰੁਜ਼ਗਾਰ ਦੇ ਵਿੱਚੋਂ ਤਾਂ ਤੁਸੀਂ ਰਾਸ਼ੀ ਘਟਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਰੁਜ਼ਗਾਰ ਦੀ ਬਜਾਏ ਉਹਨਾਂ ਨੂੰ ਮੰਗਤੇ ਬਣਾਉਣ ਵਾਲੀ ਗੱਲ ਕੀਤੀ ਹੈ। ਇਹ ਕਿਹੜੀ ਤੁਹਾਡੀ ਮਜ਼ਦੂਰ ਪੱਖੀ ਗੱਲ ਹੋਈ ਜੀ? ਅਗਲੀ ਗੱਲ, ਪਿਛਲੇ ਸਮਿਆਂ ਦੇ ਵਿੱਚ ਤੁਸੀਂ ਕਾਨੂੰਨ ਬਣਾਏ ਜਿਹਦੇ ਵਿੱਚ ਇਹ ਆ ਗਈ ਗੱਲ ਬਣ ਕੇ ਕਿ ਜਿਹੜੇ ਤੁਸੀਂ ਮਜ਼ਦੂਰਾਂ ਪ੍ਰਤੀ ਸਟੈਪ ਚੱਕੇ ਗਏ ਨੇ, ਜਿਹੜਾ ਮਜ਼ਦੂਰ 8 ਘੰਟੇ ਮਜ਼ਦੂਰੀ ਕਰਕੇ ਆਪਣੀ ਦਿਹਾੜੀ ਮੰਗਣ ਦੇ ਯੋਗ ਹੋ ਜਾਂਦਾ ਸੀ, ਉਹਦੇ ਲਈ ਤੁਸੀਂ ਇਹ ਲੈ ਕੇ ਆਏ ਹੋ ਕਿ ਮਜ਼ਦੂਰ ਨੂੰ ਹੁਣ 12 ਘੰਟੇ ਕੰਮ ਕਰਨਾ ਪਿਆ ਕਰੇਗਾ। ਕਿਸਾਨਾਂ ਨੇ ਉਹ ਚੀਜ਼ ਤਾਂ ਵਾਪਸ ਕਰਵਾਤੀ ਜੋ ਉਹਨਾਂ ਨੂੰ ਨਹੀਂ ਚਾਹੀਦੀ ਸੀ। 3 ਖੇਤੀ ਕਾਨੂੰਨ ਉਹਨਾਂ ਨੂੰ ਨਹੀਂ ਚਾਹੀਦੇ ਸੀ, ਨਹੀਂ ਮਨਜ਼ੂਰ ਸੀ, ਉਹਨਾਂ ਮੁਤਾਬਕ ਉਹਨਾਂ ਦੇ ਫਾਇਦੇ ਵਿੱਚ ਨਹੀਂ ਸੀ, ਉਹਨਾਂ ਨੇ ਵਾਪਸ ਕਰਵਾਤੇ। ਬੜੀ ਹਿੰਮਤ ਨਾਲ, ਸਿਰੜ ਨਾਲ, ਹੌਸਲੇ ਨਾਲ, ਬੜੇ ਇੱਕ ਸਬਰ ਸੰਤੋਖ ਦੇ ਨਾਲ ਅੰਦੋਲਨ ਕਰਦਿਆਂ ਉਹਨਾਂ ਨੇ 3 ਖੇਤੀ ਕਾਨੂੰਨ ਵਾਪਸ ਕਰਵਾਏ। ਇਹ ਬਹੁਤ ਵੱਡੀ ਜਿੱਤ ਹੈ, ਬਹੁਤ ਵੱਡੀ ਕਾਮਯਾਬੀ ਹੈ। ਪਰ ਨਵਾਂ ਪੱਲੇ ਕੀ ਪਿਆ? ਪ੍ਰਾਪਤੀ ਕੀ ਹੋਈ? ਜੋ ਚੀਜ਼ ਨਹੀਂ ਚਾਹੀਦੀ ਸੀ ਉਹ ਮੁੜਵਾਤੀ। ਪਰ ਕੀ ਇਹ ਪ੍ਰਾਪਤੀ ਹੈ? ਪ੍ਰਾਪਤੀ ਹੋਰ ਹੋ ਸਕਦੀ ਸੀ, ਹੋਣੀ ਚਾਹੀਦੀ ਸੀ, ਪਰ ਇਸ ਪਾਸੇ ਗੱਲ ਲਟਕ ਗਈ। ਜਦੋਂ ਗੱਲ ਪ੍ਰਾਪਤੀ ਦੀ ਹੋਣੀ ਹੈ ਤਾਂ ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ, ਪ੍ਰਾਪਤੀ ਹੋਣੀ ਕਿਉਂ ਜ਼ਰੂਰੀ ਸੀ? ਪ੍ਰਾਪਤੀ ਹੋਣੀ ਇਸ ਲਈ ਜ਼ਰੂਰੀ ਸੀ ਕਿਉਂਕਿ ਇਹੋ ਜਿਹਾ ਸੰਘਰਸ਼ ਵਾਰ-ਵਾਰ ਨਹੀਂ ਲੱਗਦਾ। ਹੁਣ ਚਾਹੇ 1000 ਕੋਸ਼ਿਸ਼ਾਂ ਕਰ ਲਈਆਂ ਜਾਣ, ਹੁਣ ਉਸ ਤਰ੍ਹਾਂ ਦਾ ਅੰਦੋਲਨ ਕਦੀ ਵੀ ਨਹੀਂ ਲੱਗ ਸਕਦਾ। ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਕਦੀ ਨਹੀਂ ਲੱਗੂਗਾ ਜਿਹੋ ਜਿਹਾ ਇਹ ਦਿੱਲੀ 'ਚ ਅੰਦੋਲਨ ਲੱਗਾ ਸੀ। ਇਸੇ ਕਰਕੇ ਇਹਦੀ ਗੂੰਜ ਦੂਰ ਦੂਰ ਤੱਕ ਪਈ ਸੀ, ਕਿਉਂਕਿ ਇਹ ਅੰਦੋਲਨ ਰੋਜ਼-ਰੋਜ਼ ਦੀ ਚੀਜ਼ ਨਹੀਂ ਸੀ। ਇਹ ਕਿਤੇ ਸਦੀਆਂ ਬਾਅਦ ਕੋਈ ਅਜਿਹਾ ਜਿਹਾ ਅੰਦੋਲਨ ਆਉਂਦਾ ਤੇ ਇਹ ਜੋ ਕਿਸਾਨੀ ਅੰਦੋਲਨ ਸੀ ਉਹ ਜਿਹਾ ਅੰਦੋਲਨ ਸੀ। ਇਹਦੇ ਵਿੱਚ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਸੀ। ਕਿਸਾਨੀ ਦਾ ਆਉਣ ਵਾਲਾ ਸਮਾਂ ਸੁਖਾਲਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹੋਰ ਲਈਆਂ ਜਾਣੀਆਂ ਚਾਹੀਦੀਆਂ ਸੀ ਤੇ ਲਿਖਤੀ ਰੂਪ ਵਿੱਚ ਲਈਆਂ ਜਾਣੀਆਂ ਚਾਹੀਦੀਆਂ ਸੀ, ਜੋ ਕਿ ਲਈਆਂ ਨਹੀਂ ਗਈਆਂ। ਹੁਣ ਮਿਸਾਲ ਦੇ ਤੌਰ ਤੇ MSP ਦੀ ਗੱਲ ਹੁੰਦੀ ਹੈ, ਘੱਟੋ ਘੱਟ ਸਮਰਥਨ ਮੁੱਲ, ਮਿਨੀਮਮ ਸਪੋਰਟ ਪ੍ਰਾਈਸ। ਇੱਕ ਫਸਲ ਜਾਂ ਜਿਨਸ ਦਾ ਜਦੋਂ ਉਹਨੂੰ ਮੰਡੀ 'ਚ ਜਾ ਕੇ ਵੇਚਿਆ ਜਾਣਾ ਤਾਂ ਉਹਦਾ ਘੱਟੋ ਘੱਟ ਸਮਰਥਨ ਮੁੱਲ, ਮਿਨੀਮਮ ਪ੍ਰਾਈਸ ਤੈਅ ਹੋਣਾ ਚਾਹੀਦਾ। ਪਰ ਉਸ ਤੋਂ ਹੇਠਾਂ ਕਿਸੇ ਵੀ ਕਿਸਾਨ ਨੂੰ ਕੋਈ ਕੀਮਤ ਬਦੋ-ਬਦੀ ਜਾਂ ਉਹਨੂੰ ਪ੍ਰੇਰ ਕੇ ਨਾ ਦਿੱਤੀ ਜਾ ਸਕੇ। ਇੱਕ ਕੀਮਤ ਤੈਅ ਹੋਣੀ ਜ਼ਰੂਰੀ ਹੈ। ਉਹ ਚੀਜ਼ ਵੀ ਲਾਗੂ ਨਹੀਂ ਕਰਵਾਈ ਜਾ ਸਕੀ, ਜਦ ਕਿ ਇੱਕ ਬਹੁਤ ਬੁਨਿਆਦੀ ਬੇਸਿਕ ਚੀਜ਼, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਬੇਸਿਕ ਰਿਕੁਆਇਰਮੈਂਟ ਸੀ, ਬੜੀ ਬੁਨਿਆਦੀ ਜੀ ਇੱਕ ਲੋੜ ਸੀ ਕਿ ਆਹ ਚੀਜ਼ ਤਾਂ ਘੱਟੋ ਘੱਟ ਲਾਗੂ ਹੁੰਦੀ। 3 ਖੇਤੀ ਕਾਨੂੰਨ ਵਾਪਸ ਕਰਵਾਏ, ਪਰ MSP ਕਾਨੂੰਨੀ ਰੂਪ ਤਾਂ ਲੈਂਦੀ, ਕਿਉਂਕਿ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਹਰ ਖੇਤਰ ਵਿੱਚ ਘੁਸਪੈਠ ਕਰ ਰਹੇ ਆ। ਹਰ ਖੇਤਰ 'ਚ ਪ੍ਰਾਈਵੇਟ ਕਾਰਪੋਰੇਟ ਘਰਾਣੇ ਵੜ ਰਹੇ ਆ। ਕਿ 3 ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਪ੍ਰਾਈਵੇਟ ਜਿਹੜੇ ਅਦਾਰੇ ਆ ਜਾਂ ਕਾਰਪੋਰੇਟ ਘਰਾਣੇ ਆ ਉਹ ਘੁਸਪੈਠ ਨਹੀਂ ਕਰਨਗੇ? 5 ਸਾਲ ਬਾਅਦ, 10 ਸਾਲ ਬਾਅਦ ਉਹਨਾਂ ਦੇ ਆਉਣ ਦਾ ਰਾਹ ਕਿਸੇ ਨਾ ਕਿਸੇ ਤਰੀਕੇ ਨਾਲ ਖੁੱਲ੍ਹ ਹੀ ਜਾਣਾ ਹੈ। ਸੋ ਜਿਹੇ ਵੀ ਜਿਹੜੀ ਚੀਜ਼ ਕਿਸਾਨਾਂ ਨੂੰ ਬਚਾ ਸਕਦੀ ਸੀ ਉਹ ਸੀ MSP, ਪਰ ਉਹਨੂੰ ਕਾਨੂੰਨੀ ਰੂਪ ਦੇਣ ਦੀ ਜਿਹੜੀ ਗੱਲ ਆ ਉਹ ਹਾਲੇ ਤੱਕ ਵੀ ਮਨਜ਼ੂਰ ਨਹੀਂ ਹੋਈ। 3 ਖੇਤੀ ਕਾਨੂੰਨਾਂ ਤੋਂ ਇਲਾਵਾ ਕਿਸਾਨਾਂ ਨੇ ਜਿਹੜੀ ਮੰਗ ਰੱਖੀ ਸੀ, ਕਿਸਾਨ ਜਥੇਬੰਦੀਆਂ ਨੇ ਜਿਹੜੀ ਮੰਗ ਰੱਖੀ ਸੀ ਉਹ MSP ਹੀ ਤਾਂ ਸੀ। ਪਰ MSP ਵੀ ਜਿਹੜੀ ਆ ਉਹ ਹਾਲੇ ਤੱਕ ਉਸ ਰੂਪ ਵਿੱਚ ਸਾਹਮਣੇ ਨਹੀਂ ਆ ਸਕੀ ਜਿਸ ਰੂਪ ਦੀ ਕਲਪਨਾ ਕੀਤੀ ਗਈ ਸੀ, ਜਿਹਦਾ ਅੰਦਾਜ਼ਾ ਲਾਇਆ ਗਿਆ ਸੀ, ਜਿਹਦੀ ਉਮੀਦ ਜ਼ਾਹਰ ਕੀਤੀ ਗਈ ਸੀ। ਅਮਲੀ ਰੂਪ, ਲਿਖਤੀ ਰੂਪ ਨਹੀਂ ਦਿੱਤਾ ਗਿਆ। ਕਿਸਾਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਡੇ 3 ਖੇਤੀ ਕਾਨੂੰਨ ਵਾਪਸ ਲੈ ਲਏ ਗਏ ਨੇ, ਪਰ ਦਿੱਲੀ ਤੋਂ ਉੱਠਣ ਲੱਗਿਆਂ, ਆਪਣਾ ਮੋਰਚਾ ਉੱਥੋਂ ਸਮੇਟ ਕੇ ਵਾਪਸ ਆਉਣ ਲੱਗਿਆ, ਜਿਹੜੇ ਵਾਅਦੇ ਕੀਤੇ ਗਏ ਸੀ, ਬਾਕੀ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਜ਼ਬਾਨੀ ਹੋਈਆਂ ਸੀ ਉਹ ਅੱਜ ਤੱਕ ਮੁਕੰਮਲ ਨਹੀਂ ਹੋਈਆਂ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਦਿੱਲੀ ਤੋਂ ਆਪਣਾ ਮੋਰਚਾ ਸਮੇਟ ਕੇ ਵਾਪਸ ਆਉਣ ਲੱਗਿਆਂ ਕੀ ਜਿਹੜੀਆਂ ਬਾਕੀ ਚੀਜ਼ਾਂ ਰਹਿੰਦੀਆਂ ਸੀ ਉਹਨਾਂ ਦੀ ਲਿਖਤੀ ਤੌਰ ਤੇ ਕੋਈ ਗਰੰਟੀ ਲੈਣੀ ਚਾਹੀਦੀ ਸੀ, ਜਾਂ ਫਿਰ ਜੋ ਕਿਹਾ ਗਿਆ ਜ਼ਬਾਨੀ ਉਹਦੇ ਉੱਪਰ ਫੁੱਲ ਚੜ੍ਹਾ ਕੇ ਜਾਂ ਉਹਨੂੰ ਉਹਦੇ ਉੱਪਰ ਇਤਬਾਰ ਕਰਕੇ ਵਾਪਸ ਆ ਜਾਣਾ ਇਹ ਇੱਕ ਸੂਝ-ਬੂਝ ਵਾਲਾ ਕਦਮ ਸੀ, ਦੂਰ ਅੰਦੇਸ਼ੀ ਵਾਲਾ ਕਦਮ ਸੀ? ਕੀ ਇਸ ਮਾਮਲੇ ਵਿੱਚ ਕਾਹਲੀ ਤਾਂ ਨਹੀਂ ਹੋਗੀ? ਇਹ ਕੁਝ ਸਵਾਲ ਨੇ ਜੋ ਖੜੇ ਨੇ, ਹਾਲੇ ਵੀ ਖੜੇ ਨੇ, ਤੇ ਉਦੋਂ ਤੱਕ ਖੜੇ ਰਹਿਣਗੇ ਜਦ ਤੱਕ ਕਿਸਾਨੀ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਜਿਹੜੀਆਂ ਆ
ਉਹਨਾਂ ਸੰਬੰਧੀ ਕੋਈ ਠੋਸ ਕਾਰਵਾਈ ਨਹੀਂ ਹੋ ਜਾਂਦੀ। ਕਾਰਨ ਫਿਰ ਉਹੀ ਹੈ, ਇਹੋ ਜਿਹਾ ਅੰਦੋਲਨ ਰੋਜ਼ ਨਹੀਂ ਲੱਗਦਾ। ਹੁਣ ਕੋਈ ਚਾਹੇ 1000 ਦਾਅਵੇ ਕਰ ਲਵੇ, ਚਾਹੇ ਲੱਖਾਂ ਦਾਅਵੇ ਕਰ ਲਵੇ, ਜਿੱਡੇ ਮਰਜ਼ੀ ਵੱਡੇ ਆਤਮ ਵਿਸ਼ਵਾਸ ਨਾਲ ਕਹੀ ਜਾਵੇ, ਪਰ ਉਹੋ ਜਿਹਾ ਅੰਦੋਲਨ, ਉਹੋ ਜਿਹਾ ਮੋਰਚਾ ਦੁਬਾਰਾ ਲਾਉਣਾ ਨਾਮੁਮਕਿਨ ਲੱਗਦਾ ਹੈ। ਸੋ ਜਦੋਂ ਲੱਗਾ ਸੀ ਉਦੋਂ ਜੋ ਕੁਝ ਲਿਆ ਜਾ ਸਕਦਾ ਸੀ ਜਾਂ ਠੋਸ ਪ੍ਰਾਪਤੀ ਕੀਤੀ ਜਾ ਸਕਦੀ ਸੀ, ਉਹ ਉਨੀ ਹੋਈ ਆ ਕਿ ਨਹੀਂ, ਇੱਕ ਬਹੁਤ ਵੱਡਾ ਸਵਾਲ ਹੈ, ਤੇ ਇਹ ਸਵਾਲ ਰੜਕਦਾ ਹੀ ਰਹਿਣਾ। ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਾ ਲਿਆ ਜਾਵੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਜੋ ਕੋਈ ਪ੍ਰਾਪਤੀ ਨਹੀਂ ਹੋਈ, ਪ੍ਰਾਪਤੀ ਹੋਈ ਹੈ, 3 ਖੇਤੀ ਕਾਨੂੰਨ ਵਾਪਸ ਕਰਵਾਏ ਗਏ ਨੇ, ਪਰ ਕਹਿਣ ਦਾ ਭਾਵ ਇਹ ਹੈ ਕਿ ਇਸ ਤੋਂ ਵੀ ਜ਼ਿਆਦਾ ਵੱਡੀ ਚੀਜ਼ ਕਿਸਾਨਾਂ ਲਈ ਆਉਣ ਵਾਲੇ ਸਮੇਂ ਲਈ ਲਈ ਜਾ ਸਕਦੀ ਸੀ। 3 ਖੇਤੀ ਕਾਨੂੰਨ ਤਾਂ ਉਦੋਂ ਦੀ ਗੱਲ ਸੀ, ਜੋ ਚੀਜ਼ ਨਵੀਂ ਕਿਸਾਨ ਦੇ ਉੱਪਰ ਇੱਕ ਮੁਸੀਬਤ ਪੈਣ ਲੱਗੀ ਸੀ, ਉਹਨੂੰ ਟਾਲ ਲਿਆ ਗਿਆ, ਪਰ ਪ੍ਰਾਪਤੀ ਨਵੀਂ ਚੀਜ਼ ਜੋ ਮਿਲਣੀ ਸੀ ਉਹ MSP ਸੀ ਪ੍ਰਮੁੱਖ ਤੌਰ ਤੇ, ਉਹ ਨਹੀਂ ਮਿਲ ਸਕੀ ਹਾਲੇ ਤੱਕ। ਬੇਸ਼ੱਕ ਇਹਦੇ ਵੱਲ ਕੇਂਦਰ ਸਰਕਾਰ ਵੱਲੋਂ ਕਮੇਟੀ ਬਣਾਉਣ ਦਾ ਐਲਾਨ ਹੋਇਆ ਸੀ, ਉਹ ਵੀ ਬੜੇ ਚਿਰ ਬਾਅਦ 8 ਮਹੀਨੇ ਬਾਅਦ ਹੋਇਆ ਸੀ ਜਾ ਕੇ, ਇਸ ਸਾਲ ਗਰਮੀਆਂ ਦੇ ਦਿਨਾਂ ਦੌਰਾਨ ਕਮੇਟੀ ਬਣਾਉਣ ਦਾ ਐਲਾਨ ਉਦੋਂ ਜਾ ਕੇ ਹੋਇਆ ਸੀ। ਉਹਦੇ ਵਿੱਚ ਵੀ ਹੁਣ ਜਿਹੜੇ ਨੁਮਾਇੰਦੇ ਲਏ ਗਏ ਆ ਉਹ ਕਿਸਾਨ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮੇਟੀ ਬਣਾਈ ਗਈ ਉਹਦੇ ਵਿੱਚ ਸਰਕਾਰੀ ਧਿਰਿਆ ਅਤੇ ਜਿਹੜੇ ਤਥਾ ਕਥਿਤ ਕਿਸਾਨ ਆਗੂ ਵਿੱਚ ਲਏ ਗਏ ਨੇ ਉਹ ਉਹੀ ਆ ਜਿਹੜੇ ਕੇਂਦਰ ਸਰਕਾਰ ਦਾ ਪੱਖ ਪੂਰਦੇ ਰਹੇ ਨੇ। ਪਿਛਲੇ ਸਮੇਂ ਦੌਰਾਨ ਇਹ ਕਹਿੰਦੇ ਰਹੇ ਆ ਕਿ ਕਾਨੂੰਨ ਤਾਂ ਬਹੁਤ ਵਧੀਆ ਹੈ। ਸੋ ਕਿਸਾਨਾਂ ਨੂੰ ਉਸ ਕਮੇਟੀ 'ਤੇ ਭਰੋਸਾ ਨਹੀਂ, ਉਹਨਾਂ ਨੇ ਇੱਕ ਤਰ੍ਹਾਂ ਦਾ ਬੋਇਕਾਟ ਹੀ ਕੀਤਾ ਹੋਇਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਹੋਣਗੇ। ਇਹਦੀ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਸ਼ਾਮਲ ਨਹੀਂ ਹੋਈਆਂ। ਸੋ ਇਹ ਇੱਕ ਬਹੁਤ ਵੱਡਾ ਅਹਿਮ ਪਹਿਲੂ ਹੈ ਕਿ 3 ਖੇਤੀ ਕਾਨੂੰਨ ਵਾਪਸ ਕਰਵਾਏ ਗਏ, ਕਾਮਯਾਬੀ ਦੀ ਗੱਲ ਹੈ, ਕਿਸਾਨਾਂ ਨੂੰ ਸਲਾਮ ਹੈ, ਉਹਨਾਂ ਦੀ ਹਿੰਮਤ ਨੂੰ, ਹੌਸਲੇ ਨੂੰ ਸਲਾਮ ਹੈ। ਪਰ ਇਹਦੇ ਨਾਲ ਜੋ ਬਾਕੀ ਰਹਿੰਦੀਆਂ ਮੰਗਾਂ, ਜੋ ਵੱਡੀ ਪ੍ਰਾਪਤੀ ਹੋਰ ਕਰਵਾਈ ਜਾ ਸਕਦੀ ਸੀ MSP ਦੀ, ਉਹ ਲਟਕ ਗਈ, ਉਹ ਮੁਕੰਮਲ ਨਹੀਂ ਹੋਈ, ਹਾਲੇ ਤੱਕ ਨਹੀਂ ਹੋਈ। ਇਸ ਵੇਲੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਹੁਣ ਤੱਕ ਵੀ ਨਹੀਂ ਹੋਈ, ਅਤੇ ਇਸੇ ਦਾ ਸਿੱਟਾ ਹੈ ਕਿ ਕਿਸਾਨ ਹਾਲੇ ਵੀ ਮੁਸ਼ਕਲਾਂ 'ਚ ਘਿਰਿਆ ਹੋਇਆ। ਇੱਕ ਵਾਰੀ ਦਿੱਲੀ ਦਾ ਕਿਸਾਨੀ ਮੋਰਚਾ ਕੀ ਮੁਕੰਮਲ ਹੋਇਆ, ਇਹ ਸਾਰੇ ਖਿੰਡ ਪੁੰਡ ਗਏ ਨੇ, ਇਕੱਠਿਆਂ ਮੁੜ ਕੇ ਨਜ਼ਰ ਨਹੀਂ ਆਏ। ਮੋਰਚੇ ਵੇਲੇ ਇਕੱਠੇ ਜ਼ਰੂਰ ਸੀ, ਕਦੀ ਤਰੇੜਾਂ ਨਜ਼ਰ ਆ ਜਾਂਦੀਆਂ ਸੀ, ਪਰ ਕੁੱਲ ਮਿਲਾ ਕੇ ਸਾਰੇ ਇਕੱਠੇ ਹੀ ਸੀ। ਪਰ ਇੱਕ ਵਾਰੀ ਕਿਸਾਨੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਮੁੜ ਕੇ ਇਹ ਇਕੱਠੇ ਨਹੀਂ ਹੋਏ, ਖਿੱਲਰ ਪੁੱਲਰ ਗਏ, ਅਤੇ ਹੁਣ ਇਹਨਾਂ ਦੇ ਬਿਆਨ ਵੀ ਆਪਸ 'ਚ ਮੇਲ ਨਹੀਂ ਖਾਂਦੇ। ਸਭ ਤੋਂ ਵੱਡੀ ਗੱਲ ਇਹ ਹੋਈ ਕਿ ਕਿਸਾਨੀ ਮੋਰਚੇ ਦੀ ਜਦੋਂ ਸਮਾਪਤੀ ਹੋਈ ਤਾਂ ਉਸ ਵੇਲੇ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਸੀ, ਜਿਹਦੇ ਵਿੱਚ 2 ਪ੍ਰਮੁੱਖ ਸੂਬੇ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਚੋਣਾਂ ਸੀ। ਅਤੇ ਉਹਨਾਂ ਚੋਣਾਂ ਨੂੰ ਵੇਖਦਿਆਂ ਬਹੁਤ ਸਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਕਾਨੂੰਨ ਵਾਪਸ ਲਏ ਜਾਂ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਸ ਵੇਲੇ ਇਹ ਸ਼ੰਕਾ ਪ੍ਰਗਟਾਇਆ ਜਾ ਰਿਹਾ ਸੀ ਕਿ ਉੱਤਰ ਪ੍ਰਦੇਸ਼ ਦਾ ਜਿਹੜਾ ਪੱਛਮੀ ਇਲਾਕਾ ਆ ਉੱਥੇ ਕਿਸਾਨੀ ਦਾ ਚੰਗਾ ਗੜ੍ਹ ਆ, ਅਤੇ ਉੱਥੇ ਕਿਸਾਨ ਦੀ ਵੋਟ ਜਿਹੜੀ ਆ ਜਾਂ ਕਿਸਾਨੀ ਅੰਦੋਲਨ ਦਾ ਅਸਰ ਜਿਹੜਾ ਆ ਉਹ ਪੈ ਸਕਦਾ, ਸੱਤਾਧਾਰੀ ਧਿਰ ਨੂੰ ਨੁਕਸਾਨ ਹੋ ਸਕਦਾ। ਇਸੇ ਤਰ੍ਹਾਂ ਪੰਜਾਬ ਵਿੱਚ ਕੇਂਦਰ ਦੀ ਸਰਕਾਰ ਚਲਾ ਰਹੀ ਪਾਰਟੀ ਦੇ ਹਾਲਾਤ ਪਹਿਲਾਂ ਹੀ ਕੋਈ ਬਾਹਲੇ ਆਸਵੰਦ ਨਜ਼ਰ ਨਹੀਂ ਸੀ ਆਉਂਦੇ, ਪਰ ਫਿਰ ਵੀ ਜੋ ਵੱਡਾ ਵਿਰੋਧ ਹੋ ਰਿਹਾ ਸੀ ਉਸ ਨੂੰ ਠੱਲ ਪਈ ਜਦੋਂ 3 ਖੇਤੀ ਕਾਨੂੰਨ ਵਾਪਸ ਹੋਏ, ਕਿਉਂਕਿ ਸਰਕਾਰੀ ਧਿਰ ਵੱਲੋਂ ਇਸ ਨੂੰ ਹਮੇਸ਼ਾ ਦੀ ਤਰ੍ਹਾਂ ਮਾਰਕੀਟਿੰਗ ਕਰਕੇ ਇੱਕ ਤਰ੍ਹਾਂ ਨਾਲ ਇੱਕ ਹਾਂ ਪੱਖੀ ਚੀਜ਼ ਵਜੋਂ ਪੇਸ਼ ਕੀਤਾ ਗਿਆ ਕਿ ਕਿਸਾਨਾਂ ਦੀ ਗੱਲ ਸੁਣੀ ਗਈ, ਕਿਸਾਨਾਂ ਦਾ ਪੱਖ ਰੱਖਿਆ ਗਿਆ ਅਤੇ ਕਿਸਾਨਾਂ ਦੀ ਖਾਤਰ ਸਰਕਾਰ ਨੇ ਕਾਨੂੰਨ ਵਾਪਸ ਲਏ, ਇਹ ਚੀਜ਼ ਵੀ ਉਦੋਂ ਪ੍ਰਚਾਰੀ ਗਈ। ਅਤੇ ਚੋਣਾਂ ਤੋਂ ਪਹਿਲਾਂ ਇਹ ਜੋ ਕਾਨੂੰਨ ਵਾਪਸ ਲੈਣ ਦਾ ਐਲਾਨ ਹੋਇਆ, ਇਸ ਦਾ ਸਰਕਾਰੀ ਧਿਰ ਨੂੰ ਫਾਇਦਾ ਜ਼ਰੂਰ ਹੋਇਆ। ਇਹ ਚੀਜ਼ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਕਿਉਂਕਿ ਉੱਤਰ ਪ੍ਰਦੇਸ਼ ਵਿੱਚ ਉਹਨਾਂ ਦੀ ਜਿੱਤ ਹੋਈ, ਦੁਬਾਰਾ ਸਰਕਾਰ ਬਣੀ, ਅਤੇ ਪੰਜਾਬ ਵਿੱਚ ਭਾਵੇਂ ਸਰਕਾਰ ਬਣਾਉਣ ਦੀ ਜਾਂ ਕਿਸੇ ਵੱਡੀ ਕਾਮਯਾਬੀ ਦੀ ਉਮੀਦ ਤਾਂ ਨਹੀਂ ਸੀ, ਪਰ ਫਿਰ ਵੀ ਵਿਧਾਇਕ ਜਿੱਤੇ ਨੇ, ਵਿਧਾਨ ਸਭਾ ਦੇ ਵਿੱਚ ਹਾਜ਼ਰੀ ਲੱਗ ਗਈ, ਅਤੇ ਪੰਜਾਬ ਵਿੱਚ ਤਾਂ ਵੈਸੇ ਵੀ ਸੱਤਾ ਪਰਿਵਰਤਨ ਹੁੰਦਾ ਹੋਇਆ ਸਾਫ਼ ਵਿਖਾਈ ਦੇ ਰਿਹਾ ਸੀ, ਅਤੇ ਹੋ ਵੀ ਗਿਆ, ਅਤੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਪਰ ਉੱਤਰ ਪ੍ਰਦੇਸ਼ ਸੂਬਾ ਕਾਫੀ ਅਹਿਮੀਅਤ ਰੱਖਦਾ ਸੀ ਕੇਂਦਰ ਵਿੱਚ ਸਰਕਾਰ ਚਲਾ ਰਹੀ ਪਾਰਟੀ ਲਈ, ਕੇਂਦਰ ਸਰਕਾਰ ਲਈ, ਅਤੇ ਉੱਥੇ ਉਹਨਾਂ ਲਈ ਇਹ ਚੀਜ਼ ਫਾਇਦੇਮੰਦ ਸਾਬਤ ਹੋਈ। ਅਤੇ ਪੱਛਮੀ ਉੱਤਰ ਪ੍ਰਦੇਸ਼ ਜਿਹੜਾ ਇਲਾਕਾ ਸੀ ਉੱਥੇ ਕਿਸਾਨ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਸੀ, ਉੱਥੋਂ ਵੀ ਭਾਰਤੀ ਜਨਤਾ ਪਾਰਟੀ ਨੇ ਕਾਫੀ
ਵੱਡੇ ਹਿੱਸਿਆਂ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਚੀਜ਼ ਉਹਨਾਂ ਨੂੰ ਕਾਫੀ ਉਤਸ਼ਾਹ ਵੀ ਅੱਗੇ ਜਾ ਕੇ ਦੇ ਗਈ। ਸੋ ਇਹ 'ਚ ਕੁਝ ਚੀਜ਼ਾਂ ਸੀ ਜੋ ਚੋਣਾਂ ਤੋਂ ਪਹਿਲਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਪੰਜਾਬ ਵਿੱਚ ਚੋਣਾਂ ਦਾ ਜਿੱਥੋਂ ਤੱਕ ਸਵਾਲ ਸੀ ਤਾਂ ਕਿਸਾਨੀ ਅੰਦੋਲਨ, ਕਿਸਾਨੀ ਮੋਰਚਾ, ਸੰਯੁਕਤ ਕਿਸਾਨ ਮੋਰਚਾ ਇੱਥੇ ਦੋ ਫਾੜ ਹੋ ਗਿਆ। ਚੋਣਾਂ ਦਾ ਐਲਾਨ ਹੁੰਦੇ ਸਾਰ ਹੀ, ਚੋਣਾਂ ਦਾ ਮਾਹੌਲ ਭਖਦੇ ਸਾਰ ਹੀ ਕੁਝ ਆਗੂ ਚੋਣਾਂ ਲੜਨ ਦੇ ਚਾਹਵਾਨ ਸੀ, ਕੁਝ ਚੋਣਾਂ ਤੋਂ ਦੂਰੀ ਬਣਾ ਕੇ ਰੱਖਣ ਦੇ ਚਾਹਵਾਨ ਸੀ। ਰਾਕੇਸ਼ ਟਕੈਤ ਨੇ ਲਗਾਤਾਰ ਇਹ ਗੱਲ ਕਹੀ ਸੀ ਕਿ ਵੋਟ ਕੀ ਚੋਟ, ਭਾਵ ਕਿ ਚੋਣਾਂ ਨਾ ਲੜੀਆਂ ਜਾਣ ਤੇ ਚੋਣਾਂ ਲੜਨ ਦੀ ਥਾਂ ਵੋਟਰ ਨੂੰ ਕਿਸਾਨ ਦੇ ਨਾਲ ਜੋੜਿਆ ਜਾਵੇ, ਕਿਸਾਨ ਦਾ ਪਹਿਲੂ ਦੱਸਿਆ ਜਾਵੇ ਤੇ ਕਿਸਾਨ ਦੇ ਨਾਲ ਕਿਵੇਂ ਧੱਕਾ ਹੁੰਦਾ ਇਹ ਗੱਲ ਵੋਟਰ ਨੂੰ ਸਮਝਾਈ ਜਾਵੇ ਤੇ ਵੋਟਰ ਆਪਣੀ ਵੋਟ ਰਾਹੀਂ ਚੋਟ ਮਾਰੇ। ਇਹ ਕਹਿਣਾ ਸੀ ਰਾਕੇਸ਼ ਟਕੈਤ ਦਾ। ਪਰ ਪੰਜਾਬ ਦੇ ਕਈ ਕਿਸਾਨ ਆਗੂ, ਕਹਿੰਦੇ ਕਹਾਉਂਦੇ ਕਿਸਾਨ ਆਗੂ ਚੋਣਾਂ ਲੜਨ ਦੇ ਰਾਹ ਤੁਰ ਪਏ। ਕਈਆਂ ਦੇ ਮੁੱਖ ਮੰਤਰੀ ਬਣਨ ਦੀ ਵੀ ਬੜੀ ਚਰਚਾ ਹੁੰਦੀ ਸੀ ਕਿ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੋ ਸਕਦੇ ਨੇ, ਕਿਉਂਕਿ ਕਿਸਾਨੀ ਅੰਦੋਲਨ ਦੀ ਜੋ ਸਫਲਤਾ ਸੀ ਉਸਨੇ ਕਈ ਕਿਸਾਨ ਆਗੂਆਂ ਦੇ ਮਨਾਂ 'ਚ ਭਰਮ ਭੁਲੇਖੇ ਵੀ ਪਾਏ ਕਿ ਜੋ ਵੀ ਅੰਦੋਲਨ ਲੱਗਾ, ਜੋ ਪ੍ਰਾਪਤੀ ਹੋਈ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਾਂ ਫਿਰ ਉਹਨਾਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਜਾਂ ਉਹਨਾਂ ਦੇ ਪ੍ਰਸ਼ੰਸਕਾਂ ਦਾ ਵਰਗ ਵੱਡਾ ਹੋ ਗਿਆ। ਇਸ ਭੁਲੇਖੇ ਵਿੱਚ ਵੀ ਕਈ ਕਿਸਾਨ ਆਗੂ ਵੇਖੇ ਗਏ ਉਹਨਾਂ ਦਿਨਾਂ ਦੌਰਾਨ। ਖੈਰ, ਜਿਨ੍ਹਾਂ ਵੀ ਆਗੂਆਂ ਨੇ ਚੋਣ ਲੜੀ ਬਹੁਤ ਬੁਰੀ ਤਰ੍ਹਾਂ ਉਹ ਚੋਣਾਂ ਵਿੱਚ ਪਛੜੇ। ਇਹ ਚੀਜ਼ ਵੀ ਆਪਾਂ ਸਾਰੇ ਵੇਖ ਚੁੱਕੇ ਹਾਂ, ਨਤੀਜਿਆਂ ਦੇ ਅੰਕੜੇ ਇਹ ਚੀਜ਼ ਕਹਿੰਦੇ ਨੇ। ਤੇ ਇਸ ਤੋਂ ਬਾਅਦ ਫਿਰ ਜੋ ਕਿਸਾਨ ਆਗੂ ਚੋਣਾਂ ਲੜਨ ਦੇ ਰਾਹ ਤੁਰੇ ਸੀ ਉਹ ਇੱਕ ਤਰ੍ਹਾਂ ਨਾਲ ਸਰਗਰਮ ਜਿਹੜੀ ਕਾਰਵਾਈ ਸੀ ਤੋਂ ਲਾਂਭੇ ਜਿਹਾ ਹੋ ਕੇ ਰਹਿ ਗਏ। ਤੇ ਦੂਜੇ ਬੰਨੇ ਜਿਨ੍ਹਾਂ ਨੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਵਿੰਗ ਬਣਾ ਲਿਆ ਸੀ, ਉਹ ਪਹਿਲਾਂ ਵਾਂਗ ਆਪਣੇ ਕੁਝ ਮੋਰਚੇ ਤੇ ਸਰਗਰਮੀ ਜਾਰੀ ਰੱਖਦੇ ਗਏ, ਹਾਲਾਂਕਿ ਉਹਨਾਂ ਦਾ ਆਧਾਰ ਵੀ ਘਟਿਆ। ਇੱਕ ਚੀਜ਼ ਸਪਸ਼ਟ ਹੋ ਗਈ ਕਿ ਚੋਣਾਂ ਦੇ ਨਤੀਜਿਆਂ ਵਿੱਚ ਕਿਸਾਨ ਆਗੂਆਂ ਦਾ ਜੋ ਹਸ਼ਰ ਹੋਇਆ ਤੇ ਜੋ ਬਾਅਦ ਵਿੱਚ ਮੋਰਚੇ ਵੀ ਲਾਉਂਦੇ ਰਹੇ ਵੱਖ-ਵੱਖ ਮੰਗਾਂ ਨੂੰ ਲੈ ਕੇ, ਉਹਨਾਂ ਦਾ ਵੀ ਆਧਾਰ ਘਟਣਾ ਸ਼ੁਰੂ ਹੋ ਗਿਆ। ਹੁਣ ਇੱਥੇ ਤੁਹਾਨੂੰ ਇਹ ਚੀਜ਼ ਵੀ ਨੋਟ ਰੱਖਣੀ ਪੈਣੀ ਹੈ ਕਿ ਜਿਹੜੇ ਕਿਸਾਨ ਆਗੂ ਤੇ ਕਿਸਾਨ ਜਥੇਬੰਦੀਆਂ ਆਪੋ ਆਪਣੇ ਪੱਧਰ ਤੇ ਬਾਅਦ 'ਚ ਵੀ ਮੋਰਚੇ ਲਾਉਂਦੇ ਰਹੇ ਨੇ, ਸੰਘਰਸ਼ ਕਰਦੇ ਰਹੇ ਨੇ, ਉਹ ਵੀ ਵੱਖ-ਵੱਖ ਹੋ ਕੇ ਹੁਣ ਲੜ ਰਹੇ ਨੇ। ਹੁਣ ਇੱਕ ਬੈਨਰ ਤਲੇ, ਇੱਕ ਬੈਨਰ ਦੇ ਹੇਠਾਂ, ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਕੋਈ ਸੰਘਰਸ਼ ਨਹੀਂ ਹੋ ਰਿਹਾ। ਹੁਣ ਵੱਖੋ ਵੱਖਰੀ ਜਥੇਬੰਦੀ ਆਪੋ ਆਪਣੇ ਬੈਜ ਲਾ ਕੇ, ਆਪੋ ਆਪਣੇ ਝੰਡੇ ਨਾਲ ਆਪੋ ਆਪਣੇ ਇਲਾਕੇ ਵਿੱਚ ਸੰਘਰਸ਼ ਕਰ ਰਹੇ ਨੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਕਿਸਾਨ ਆਗੂਆਂ ਦਾ ਰੋਲ, ਕਿਸਾਨ ਆਗੂ ਹੁਣ ਕੀ ਕਰ ਰਹੇ ਨੇ, ਕਿਉਂ ਕਿਸਾਨਾਂ ਨੂੰ ਯੋਗ ਅਗਵਾਈ ਨਹੀਂ ਦੇ ਰਹੇ, ਇਕੱਠੇ ਕਿਉਂ ਨਹੀਂ ਹੋ ਰਹੇ। ਸੋ ਇਹ ਸੀ ਗੱਲ ਕਿਸਾਨੀ ਅੰਦੋਲਨ ਦੀ, ਕਿਸਾਨੀ ਦੀ, ਪੰਜਾਬ ਦੇ ਕਿਸਾਨ ਦੀ, ਜਿਹੜਾ ਦੇਸ਼ ਦੇ ਅਨਾਜ ਵਿੱਚ ਇੰਨਾ ਯੋਗਦਾਨ ਪਾ ਚੁੱਕਾ ਹੈ, ਇੰਨਾ ਉਹਨੇ ਅੰਨ ਭੰਡਾਰ ਭਰੇ ਨੇ, ਆਪਣਾ ਨੁਕਸਾਨ ਕਰਦੇ ਹੋਏ, ਆਪਣਾ ਪਾਣੀ ਦਾ ਪੱਧਰ ਹੇਠਾਂ ਸੁੱਟ ਕੇ ਵੀ ਦੇਸ਼ ਦੇ ਅਨਾਜ ਭੰਡਾਰ ਨੂੰ ਇੰਨਾ ਭਰ ਦਿੱਤਾ ਕਿ ਬਾਹਰਲੇ ਦੇਸ਼ਾਂ ਤੋਂ ਫਸਲਾਂ, ਅਨਾਜ ਮੰਗਾਉਣ ਦੀ ਕੋਈ ਲੋੜ ਨਹੀਂ ਰਹਿ ਗਈ। ਇਹ ਪੰਜਾਬ ਦੇ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸੋ ਉਸ ਕਿਸਾਨ ਦੀ ਬਾਂਹ ਫੜਨ ਦੀ ਲੋੜ ਹੈ, ਉਹਦੇ ਲਈ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਉਹਦਾ ਭਲਾ ਹੋਵੇ। ਜਿੰਨਾ ਪੰਜਾਬ ਦਾ ਕਿਸਾਨ ਖੁਸ਼ਹਾਲ ਰਹੂਗਾ ਉਹਨਾਂ ਦੇਸ਼ ਦੀ ਖੁਸ਼ਹਾਲੀ ਵਿੱਚ ਯੋਗਦਾਨ ਪੈਣਾ ਹੈ, ਕਿਉਂਕਿ ਅੱਜ ਵੀ तमाम ਨਵੀਆਂ ਚੀਜ਼ਾਂ ਆਉਣ ਦੇ ਬਾਵਜੂਦ ਖੇਤੀਬਾੜੀ, ਐਗਰੀਕਲਚਰ ਜਿਹੜਾ ਆ ਉਹ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆ। ਕਰੋਨਾ ਦੇ ਸਮੇਂ ਜਦੋਂ ਸਾਰੇ ਅਰਥਚਾਰੇ ਢਹਿ ਢੇਰੀ ਹੋ ਗਏ ਸੀ, ਖੇਤੀਬਾੜੀ ਇੱਕੋ ਇੱਕ ਸੈਕਟਰ ਸੀ ਜਿਹਨੇ ਮੁਨਾਫਾ ਕਮਾ ਕੇ ਦਿੱਤਾ ਸੀ, ਦੇਸ਼ ਦੇ ਕੌਮੀ ਅਰਥਚਾਰੇ ਨੂੰ ਬਚਾ ਲਿਆ ਸੀ। ਸੋ ਖੇਤੀਬਾੜੀ ਦੀ ਅਹਿਮੀਅਤ ਇੱਥੋਂ ਪਤਾ ਲੱਗ ਜਾਂਦੀ ਹੈ, ਕਿਸਾਨ ਦੀ ਅਹਿਮੀਅਤ ਇੱਥੋਂ ਪਤਾ ਲੱਗ ਜਾਂਦੀ ਹੈ। ਕਿਸਾਨ ਲਈ ਜ਼ਰੂਰ ਉਪਰਾਲੇ ਕੀਤੇ ਜਾਣ, ਇਸ ਸਮੇਂ ਦੀ ਮੁੱਖ ਲੋੜ ਵੀ ਆ। ਕੁਦਰਤ ਦੇ ਨਾਲ ਜੁੜਿਆ ਇਹੀ ਇੱਕ ਕਿੱਤਾ ਆ ਖੇਤੀਬਾੜੀ, ਇਹਨੂੰ ਬਚਾਇਆ ਜਾਣਾ ਬਹੁਤ ਜ਼ਰੂਰੀ ਹੈ। ਤੇ ਖੇਤੀਬਾੜੀ ਨੂੰ ਬਚਾਉਣ ਲਈ, ਕਿਸਾਨ ਨੂੰ ਬਚਾਉਣਾ ਤੇ ਉਹਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤੇ ਜਾਣ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਲੋੜ ਜਲਦੀ ਹੀ ਮੁਕੰਮਲ ਹੋਵੇ, ਇਸ ਦੀ ਅਸੀਂ ਆਸ ਕਰਦੇ ਹਾਂ ਤੇ ਇਸੇ ਆਸ ਦੇ ਨਾਲ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਨੂੰ ਇੱਥੇ ਮੁਕੰਮਲ ਕਰਦੇ ਹਾਂ। ਤੇ ਇਸ ਵਿਸ਼ੇਸ਼ ਰਿਪੋਰਟ ਨੂੰ ਵੇਖਣ ਦੇ ਨਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ, ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ, ਕਿਸਾਨੀ ਬਾਰੇ ਤੁਹਾਡੇ ਕੀ ਵਿਚਾਰ ਨੇ, ਤੇ ਕਿਸਾਨੀ ਅੰਦੋਲਨ ਦੇ 1 ਸਾਲ ਬਾਅਦ ਕੀ ਕੁਝ ਹੋਇਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ। ਆਪਣੇ ਸੂਝਵਾਨ ਵਿਚਾਰ ਲਿਖ ਕੇ ਤੁਸੀਂ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਜਾਣਕਾਰੀ, ਖਬਰਾਂ ਤੇ ਅਪਡੇਟਸ ਲਈ ਤੁਸੀਂ ਜੁੜੇ ਰਹੋ, ਵੇਖਦੇ ਰਹੋ ਦ ਪੰਜਾਬ ਟਾਕਸ ਅਤੇ ਦ ਪੰਜਾਬ ਟਾਕਸ ਦੇ ਨਾਲ
ਤੁਸੀਂ ਫੇਸਬੁੱਕ ਉੱਤੇ ਵੀ ਜੁੜ ਸਕਦੇ ਹੋ ਅਤੇ IPTV ਉੱਤੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬ੍ਰੌਡਕਾਸਟ ਵੇਖ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਨੂੰ ਆਪੋ ਆਪਣੇ ਐਂਡਰੋਇਡ ਡਿਵਾਈਸ ਉੱਪਰ ਡਾਊਨਲੋਡ ਕਰਕੇ ਹਮੇਸ਼ਾ ਤਾਜ਼ਾ ਤਰੀਨ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸੋ ਅੱਜ ਦੀ ਵਿਸ਼ੇਸ਼ ਰਿਪੋਰਟ ਵਿੱਚ ਇੰਨਾ ਹੀ। ਅਗਲੇ ਅੰਕ ਵਿੱਚ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4-ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਆ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।